ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਕਿਰਪਾ ਕਰਹੁ ਦੀਨ ਕੇ ਦਾਤੇ ਮੇਰਾ ਗੁਣ ਅਵਗਣ ਨਾ ਵਿਚਾਰਹੁ ਕੋਈ ਮਾਟੀ ਕਾ ਕਿਆ ਧੋਪੈ ਸੁਆਮੀ ਮਾਨਸ ਕੀ ਗਤ ਏਹੀ ਗਿਆਨ ਧਿਆਨ ਕਿਛ ਕਰਮ ਨ ਜਾਣਾ ਸਾਰ ਨ ਜਾਣਾ ਤੇਰੇ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਤਿਨ ਬੇਦੀਅਨ ਕੀ ਕੁਲ ਵਿਖੇ ਪ੍ਰਗਟੇ ਨਾਨਕ ਰਾਏ ਸਭ ਸਿੱਖਨ ਕੋ ਸੁਖ ਦਏ ਜਹ ਤਹ ਭਏ ਸਹਾय हर रंग में हमको मिलते हैं वो बाबा नानक शाहे गुरु सब संगत शीस निवाए कहो मेरे मन हो न विसरे वाहे गुरु कहाँ बुद्ध प्रभ तुच्छ हमारी वर्ण सकै महिमा जो तिहारी हम न सकत कर सिफत तुम्हारी आप ले हो तुम कथा सुधारी हम न सकत कर सिफत तुम्हारी आप ले हो तुम कथा सुधारी ਸਤਨਾਮ ਵਾਹਿਗੁਰੂ ਸਾਹਿਬ ਜੀਓ ਸੋਰਠ ਮਹੱਲਾ ਪੰਜਵਾ ਜਿਤ ਪਾਰ ਬ੍ਰਹਮ ਚਿਤ ਆਇਆ ਸੋ ਘਰ ਦਈਏ ਵਸਾਇਆ ਸੁਖ ਸਾਗਰ ਗੁਰ ਪਾਇਆ
ਸਹਸਾ ਸਗਲ ਮਿਟਾਇਆ। ਜਿਤ ਪਾਰ ਬ੍ਰਹਮ ਚਿਤ ਆਇਆ। ਸੋ ਘਰ ਦਈਏ ਵਸਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਗੁਰੂ ਸੰਗਤ ਜੀਓ, ਆਪਾਂ ਸਰਬੱਤ ਗੁਰਸਿੱਖ ਸੰਗਤਾਂ ਸਤਿਗੁਰਾਂ ਦੀ ਅਪਾਰ ਕਿਰਪਾ ਰਹਿਮਤ ਬਖਸ਼ਿਸ਼ ਨੂੰ ਪ੍ਰਾਪਤ ਕਰਦਿਆਂ ਹੋਇਆਂ ਸਤਿਗੁਰਾਂ ਦੇ ਪਾਵਨ ਹਜ਼ੂਰ ਦੀਨ ਦੁਨੀਆ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਦਰਬਾਰ ਦੇ ਅੰਦਰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ, ਜਿਨ੍ਹਾਂ ਨੂੰ ਹੋਰ ਮਤਾਂ ਦੇ ਲੋਕ ਔਰ ਪਾਵਨ ਗੁਰਬਾਣੀ ਦੇ ਵਿੱਚ ਇਹਨਾਂ ਪਾਵਨ ਵਾਕਾਂ ਦੇ ਨਾਲ ਵਡਿਆਇਆ ਗਿਆ ਹੈ ਕਿ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ। ਐਸੇ ਦੀਨ ਦੁਨੀਆ ਦੇ ਮਾਲਕ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਾਵਨ ਅਵਤਾਰ ਗੁਰਪੁਰਬ ਨੂੰ ਮਨਾਉਣ ਦੇ ਲਈ ਆਪਾਂ ਗੁਰਸਿੱਖ ਸੰਗਤਾਂ ਇਕੱਤਰਿਤ ਹੋ ਰਹੇ ਹਾਂ। ਪਰਸੋਂ ਰੋਜ਼ ਤੋਂ ਲੈ ਕਰਕੇ ਜੋ ਪਾਵਨ ਸ੍ਰੀ ਅਖੰਡ ਪਾਠ ਸਾਹਿਬ ਸ੍ਰੀ ਜਪਜੀ ਸਾਹਿਬ ਜੀ ਦੇ ਸਮੇਤ ਆਪ ਸਮੂਹ ਗੁਰਸਿੱਖ ਸੰਗਤਾਂ ਦੇ ਸਹਿਯੋਗ ਦੇ ਨਾਲ ਔਰ ਗੁਰੂ ਘਰ ਦੇ ਅੰਦਰ ਸਮੂਹ ਸੇਵਾਦਾਰ ਵਿਦਿਆਰਥੀ ਗੁਰਸਿੱਖਾਂ ਵੱਲੋਂ ਜੋ ਪਾਵਨ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕੀਤੇ ਗਏ ਸਨ, ਉਹਨਾਂ ਦੇ ਪਾਵਨ ਭੋਗ ਆਪਾਂ ਗੁਰਸਿੱਖਾਂ ਦੀ ਪਾਵਨ ਰਸਨਾ ਤੋਂ ਸ਼ਰਵਣ ਕੀਤੇ ਹਨ। ਸਤਿਗੁਰਾਂ ਨੇ ਜੋ ਪਾਵਨ ਸ੍ਰੀ ਮੁਖ ਵਾਕ ਹੁਕਮਨਾਮਾ ਸਾਹਿਬ ਬਖਸ਼ਿਸ਼ ਕੀਤਾ ਹੈ, ਉਸ ਦੀ ਵਿਚਾਰ ਆਪਾਂ ਗੁਰਸਿੱਖ ਸੰਗਤਾਂ ਨੇ ਰਲ ਮਿਲ ਕਰਕੇ ਸਤਿਗੁਰਾਂ ਦੀ ਬਖਸ਼ੀ ਹੋਈ ਸਮੱਤ ਦੇ ਅਨੁਸਾਰ ਕਰਨੀ ਹੈ। ਔਰ ਨਾਲ ਨਾਲ ਜੋ ਅੱਜ ਦਾ ਪਾਵਨ ਗੁਰਪੁਰਬ ਦਾ ਜੋ ਸਮਾਂ ਹੈ, ਇਸ ਦੇ ਸੰਬੰਧ ਦੇ ਅੰਦਰ ਵੀ ਗੁਰਮਤਿ ਦੀਆਂ ਵਿਚਾਰਾਂ ਦੀ ਸਾਂਝ ਪਾਵਨੀ ਹੈ। ਜਿਸ ਤਰ੍ਹਾਂ ਸੰਸਾਰ ਦੀ ਹਾਲਤ ਨੂੰ ਬਿਆਨ ਕਰਨ ਦੇ ਲਈ ਬੜੇ ਬੜੇ ਵਿਦਵਾਨਾਂ ਨੇ ਪਾਵਨ ਇਤਿਹਾਸ ਦੇ ਅੰਦਰ ਗੁਰਬਾਣੀ ਦੇ ਅੰਦਰ ਬੇਅੰਤ ਥਾਵਾਂ ਤੇ ਜ਼ਿਕਰ ਆਇਆ ਹੈ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਅਵਤਾਰ ਹੋਣ ਤੋਂ ਪਹਿਲਾਂ ਦੀ ਜੋ ਹਾਲਤ ਸੀ, ਉਹ ਕੁਝ ਇਸ ਤਰ੍ਹਾਂ ਦੀ ਬਣੀ ਹੋਈ ਸੀ ਕਿ ਜਿਹੜੀਆਂ ਧਰਮ ਦੀਆਂ ਰਾਜਧਾਨੀਆਂ ਨੇ, ਜਿਨ੍ਹਾਂ ਕਰਕੇ ਧਰਮ ਦੀ ਪੈਦਾਇਸ਼ ਹੁੰਦੀ ਹੈ, ਧਰਮ ਜਿਹੜਾ ਟਿਕਾਏ ਮਾਨ ਰਹਿੰਦਾ ਹੈ, ਉਹ ਜਿਹੜੀਆਂ ਧਰਮ ਦੀਆਂ ਚਾਰੇ ਰਾਜਧਾਨੀਆਂ ਸਨ, ਉਹ ਵਿਚਲਿਤ ਹੋ ਚੁੱਕੀਆਂ ਸੀ। ਵਿਦਵਾਨਾਂ ਨੇ, ਮਹਾਂਪੁਰਖਾਂ ਨੇ ਧਰਮ ਦੀਆਂ ਚਾਰ ਰਾਜਧਾਨੀਆਂ ਮੰਨੀਆਂ ਨੇ। ਪਹਿਲੀ ਹੈ ਜਿਹੜੇ ਰਾਜੇ ਲੋਕ ਹਨ, ਜੇ ਸਮੇਂ ਦਾ ਜਿਹੜਾ ਹਕੂਮਤ ਰਾਜਾ ਹੈ, ਕੋਈ ਪ੍ਰਬੰਧ ਕਰਨ ਵਾਲਾ ਹੈ, ਦੇਸ਼ ਚਲਾਉਣ ਵਾਲਾ ਹੈ, ਜੇਕਰ ਉਹ ਧਰਮੀ ਵਿਚਾਰਾਂ ਵਾਲਾ ਹੋਵੇ, ਉਹ ਵੀ ਸਮੇਂ-ਸਮੇਂ ਅਨੁਸਾਰ ਹੋਏ ਧਰਮ ਦੇ ਪੈਰੋਕਾਰਾਂ ਦੇ ਬਚਨ ਮੰਨ ਕੇ ਧਰਮ ਦੀ ਕਮਾਈ ਕਰੇ, ਧਰਮ ਦੇ ਰਸਤੇ ਉੱਪਰ ਚੱਲੇ, ਤੇ ਉਸ ਸਮੇਂ ਰਾਜੇ ਦੇ ਸਮੇਂ ਦੇ ਵਿੱਚ ਜਿਹੜਾ ਧਰਮ ਹੈ ਉਹ ਪ੍ਰਫੁੱਲਤ ਹੁੰਦਾ ਹੈ। ਜਿਵੇਂ ਅੱਜ ਦੇ ਸਮੇਂ ਦੇ ਅੰਦਰ ਵੀ ਜਿਹੜੇ ਰਾਜੇ ਹਨ, ਉਹਨਾਂ ਨੇ ਵੀ ਇੱਕ ਸ਼ੀਹ ਮੁਕੱਦਮ ਕੁੱਤੇ ਵਾਲੀ ਹਾਲਤ ਉਹਨਾਂ ਦੀ ਬਣੀ ਹੋਈ ਹੈ।
ਉਹ ਇੱਕ ਬਘਿਆੜ ਰੂਪ ਉਹਨਾਂ ਨੇ ਧਾਰਿਆ ਹੋਇਆ ਹੈ। ਉਸੇ ਤਰ੍ਹਾਂ ਹੀ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਆਉਣ ਤੋਂ ਪਹਿਲਾਂ ਦਾ ਸਮਾਂ ਸੀ, ਉਦੋਂ ਵੀ ਜਿਹੜੇ ਮੁਸਲਮਾਨੀ ਰਾਜੇ ਸਨ, ਉਹਨਾਂ ਨੇ ਸੰਸਾਰ ਨੂੰ ਮੁਸਲਮਾਨ ਬਣਾਉਣ ਦਾ ਇੱਕ ਕਦਮ ਚੁੱਕਿਆ ਹੋਇਆ ਸੀ। ਉਹ ਆਖਦੇ ਸਨ ਕਿ ਅਸੀਂ ਇਸ ਦੇਸ਼ ਨੂੰ, ਇਸ ਸੰਸਾਰ ਨੂੰ ਮੁਸਲਮਾਨੀ ਧਰਮ ਦੇ ਵਿੱਚ ਤਬਦੀਲ ਕਰ ਦੇਣਾ ਹੈ। ਤੇ ਇਸ ਲਈ ਦੂਸਰੇ ਬੰਨੇ ਜਿਹੜੇ ਵੱਡੇ ਵੱਡੇ ਸਮਰਾਟ ਰਾਜੇ ਸਨ, ਉਹਨਾਂ ਨੇ ਵੀ ਜਾਬਰਾਂ ਵਾਲਾ ਜਿਹੜਾ ਰੂਪ ਹੈ ਉਹ ਧਾਰਿਆ ਹੋਇਆ ਸੀ। ਵਿਦਵਾਨਾਂ ਦਾ ਕਥਨ ਹੈ ਕਿ ਸਮੇਂ ਦਾ ਜੇ ਰਾਜਾ, ਹਕੂਮਤ ਜਿਸ ਦੀ ਹੋਵੇ, ਜੇ ਉਹ ਧਰਮੀ ਹੋਵੇ, ਤੇ ਧਰਮ ਦੀ ਜਿਹੜੀ ਪੈਦਾਇਸ਼ ਹੈ, ਧਰਮ ਦਾ ਜਿਹੜਾ ਪ੍ਰਫੁੱਲਤ ਹੋਣਾ, ਉਹ ਲਾਜ਼ਮੀ ਹੋ ਜਾਂਦਾ ਹੈ। ਤੇ ਜੇ ਰਾਜਾ ਧਰਮੀ ਨਾ ਹੋਵੇ ਤੇ ਧਰਮ ਦੇ ਵਿੱਚ ਬੜੀਆਂ ਬੜੀਆਂ ਗਿਰਾਵਟਾਂ ਆ ਜਾਂਦੀਆਂ ਨੇ। ਦੂਸਰੀ ਧਰਮ ਦੀ ਰਾਜਧਾਨੀ ਵਿਦਵਾਨਾਂ ਨੇ ਤੀਰਥ ਮੰਨੇ ਹਨ। ਜਿਨ੍ਹਾਂ ਤੀਰਥਾਂ ਤੋਂ ਸਾਨੂੰ ਸਿੱਖਿਆ ਮਿਲਣੀ ਹੈ, ਅਸੀਂ ਉਹਨਾਂ ਵੱਲ ਵੇਖਦਿਆਂ ਹੋਇਆਂ ਆਪਣਾ ਜੀਵਨ ਯਾਪਨ ਕਰਨਾ ਹੈ। ਜੇਕਰ ਤੀਰਥ ਸ੍ਰੇਸ਼ਟ ਹੋਵੇ, ਚੰਗਾ ਹੋਵੇ, ਤੇ ਉੱਥੋਂ ਆਪਾਂ ਕੁਝ ਨਾ ਕੁਝ ਸਿੱਖ ਕਰਕੇ, ਕੁਝ ਗ੍ਰਹਿਣ ਕਰਕੇ ਆਪਣੇ ਘਰਾਂ ਨੂੰ ਪਰਤਦੇ ਹਾਂ। ਇਸ ਲਈ ਧਰਮ ਦੀ ਟਿਕਾਏ ਮਾਨਤਾ ਦੇ ਲਈ ਤੀਰਥ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ, ਕਿਉਂਕਿ ਮਨੁੱਖ ਦਾ ਇੱਕ ਸੁਭਾਅ ਹੈ ਕਿ ਇਹ ਕਿਸੇ ਨਾ ਕਿਸੇ ਚੀਜ਼ ਦੇ ਵਿੱਚ ਬੱਝਾ ਹੁੰਦਾ ਹੈ। ਕਿਉਂਕਿ ਕਈ ਵਾਰ ਜੇਕਰ ਨਗਰ ਦੇ ਵਿੱਚ ਹੀ ਕੋਈ ਗੁਰਮੁਖ ਮਹਾਂਪੁਰਖ ਹੋਵੇ ਤੇ ਉਹਨਾਂ ਉੱਪਰ ਸਾਡੀ ਸ਼ਰਧਾ ਨਹੀਂ ਵੱਜਦੀ। ਮਨੁੱਖ ਦਾ ਸੁਭਾਅ ਹੈ ਕਿ ਕਿਤੇ ਦੂਸਰੀ ਜਗ੍ਹਾ ਜਾ ਕਰਕੇ, ਹੋਰਨਾਂ ਤੀਰਥਾਂ ਦੇ ਉੱਪਰ ਯਾਤਰਾ ਕਰਕੇ ਉਪਦੇਸ਼ ਗ੍ਰਹਿਣ ਕਰਦਾ ਹੈ। ਪਰ ਹਾਲਤ ਇਸ ਤਰ੍ਹਾਂ ਦੀ ਬਣੀ ਹੋਈ ਸੀ ਕਿ ਲੋਕ ਘਰਾਂ ਤੋਂ ਦੁਖੀ ਹੋ ਕਰਕੇ, ਸਮਾਜ ਤੋਂ ਦੁਖੀ ਹੋ ਕਰਕੇ ਤੀਰਥਾਂ ਦੇ ਉੱਪਰ ਜਾਂਦੇ ਸਨ ਤੇ ਸੋਚਦੇ ਸਨ ਕਿ ਸਾਨੂੰ ਗੁਰਧਾਮਾਂ ਦੇ ਵਿੱਚੋਂ ਜਿਹੜੇ ਸਨਾਤਨੀ ਮਤ ਦੇ ਤੀਰਥ ਹਨ, ਉਹਨਾਂ ਤੋਂ ਕੋਈ ਉਪਦੇਸ਼ ਮਿਲੇ। ਪਰ ਹੁੰਦਾ ਕੀ ਸੀ ਕਿ ਉੱਥੇ ਵੀ ਅੱਗੇ ਜਿਹੜੇ ਤੀਰਥਾਂ ਦੇ ਉੱਪਰ ਐਸੇ ਕੁਕਰਮ ਹੋਣੇ, ਜਿਵੇਂ ਅੱਜ ਕੱਲ੍ਹ ਵੀ ਆਪਾਂ ਵੇਖ ਸਕਦੇ ਹਾਂ ਕਿ ਬੜੇ ਬੜੇ ਮਹਾਨ ਐਸੇ ਤੀਰਥ ਹਨ, ਜਿਵੇਂ ਗੰਗਾ ਆਦਿਕ ਪਵਿੱਤਰ ਤੀਰਥ ਜਿਹੜੀ ਨਦੀ ਹੈ ਉਹ ਮੰਨੀ ਗਈ ਹੈ। ਪਰ ਜਿਹੜਾ ਵਿਗੜਿਆ ਹੋਇਆ ਸਮਾਜ ਹੈ ਉਹ ਕੀ ਕਰਦਾ ਹੈ ਕਿ ਐਸੇ ਪਵਿੱਤਰ ਜਲ ਦੇ ਵਿੱਚ ਕੋਈ ਤਾਂ ਜਿਹੜੀ ਸ਼ਰਾਬ ਆਦਿਕ ਹੈ ਉਹ ਠੰਡੀ ਕਰਕੇ ਪੀਣ ਦਾ ਯਤਨ ਕਰਦਾ ਹੈ। ਕੋਈ ਉੱਥੇ ਜਾ ਕਰਕੇ ਜਿਹੜੇ ਨਸ਼ੇ ਔਰ ਵਿਸ਼ੇ ਹਨ ਉਹਨਾਂ ਨੂੰ ਭੋਗਣਾ ਕਰਦਾ ਹੈ। ਇਸ ਲਈ ਜਿਹੜਾ ਤੀਰਥ ਹੈ, ਜਦੋਂ ਇਹ ਚੰਗਾ ਹੋਵੇਗਾ, ਸਤਿਗੁਰਾਂ ਨੇ ਆਪਾਂ ਇੱਕ ਗਹਿਰੀ ਨਜ਼ਰ ਮਾਰ ਕੇ ਵੇਖੀਏ, ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਿਹੜੀ ਧਰਮ ਦੀ ਪਹਿਲੀ ਰਾਜਧਾਨੀ ਰਾਜੇ ਲੋਕ ਹਨ, ਉਹਨਾਂ ਨੂੰ ਵੀ ਆਪਣੇ ਨਾਲ ਜੋੜਿਆ। ਜਿਸ ਤਰ੍ਹਾਂ ਰਾਜਾ ਰਾਏ ਬੁਲਾਰ ਸਮੇਂ ਦਾ ਬਹੁਤ ਵੱਡਾ ਇੱਕ ਰਾਜਾ ਸੀ, ਉਹਨੂੰ ਵੀ ਆਪਣਾ ਸਿੱਖ ਸੇਵਕ ਬਣਾਇਆ। ਦੂਸਰਾ ਬਚਨ ਇਹ ਵੀ ਹੈ ਕਿ ਜਿਹੜਾ ਸਿੱਖ ਸੇਵਕ ਉਹ ਬਣਾਇਆ ਨਹੀਂ ਜਾਂਦਾ, ਉਹ ਸਾਡੇ ਜੀਵਨ ਨੂੰ ਦੇਖ ਕਰਕੇ, ਸਾਡੀ ਜਿਹੜੀ ਉਪਮਾ ਹੈ, ਮੁਖੜੇ ਦੀ ਜਿਹੜੀ ਸ਼ੋਭਾ ਹੈ, ਉਸ ਨੂੰ ਵੇਖ ਕਰਕੇ ਉਸ ਤੋਂ ਪ੍ਰਭਾਵਿਤ ਹੋ ਕੇ ਬਣਦਾ ਹੈ। ਉਸੇ ਤਰ੍ਹਾਂ ਹੀ ਜਿਹੜਾ ਰਾਜਾ ਰਾਏ ਬੁਲਾਰ ਜੀ ਸਨ, ਉਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਐਸੇ ਦੂਸਰੇ ਸਿੱਖ ਹੋਏ ਨੇ, ਕਿਉਂਕਿ ਸਭ ਤੋਂ ਪਹਿਲੀ ਪਹਿਚਾਣ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਬੇਬੇ ਨਾਨਕੀ ਜੀ ਨੂੰ ਆਈ ਸੀ ਕਿ ਇਹ ਕੋਈ ਆਮ ਮਨੁੱਖ ਨਹੀਂ। ਉਸ ਤੋਂ ਪਹਿਲਾਂ ਜਨਮ ਸਮੇਂ
ਜਿਹੜੀ ਦੌਲਤਾਂ ਦਾਈ ਸੀ ਉਸ ਨੂੰ ਤਾਂ ਇੱਕ ਬਹੁਤ ਵੱਡਾ ਜਿਹੜਾ ਇੱਕ ਕ੍ਰਿਸ਼ਮਾ ਸੀ ਉਹ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਦਿਖਾ ਹੀ ਦਿੱਤਾ ਸੀ। ਪਰ ਉਸ ਤੋਂ ਬਾਅਦ ਜੇ ਕਿਸੇ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਪਹਿਚਾਣ ਕੀਤੀ ਤੇ ਉਹ ਬੇਬੇ ਨਾਨਕੀ ਜੀ ਸਨ। ਤੇ ਦੂਸਰੇ ਫਿਰ ਰਾਜਾ ਰਾਏ ਬੁਲਾਰ ਜੀ, ਉਹਨਾਂ ਨੂੰ ਵੀ ਦੇਖੋ ਧਰਮ ਦੀ ਜਿਹੜੀ ਰੀਤੀ ਹੈ ਉਸ ਦੇ ਵੱਲ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਤੋਰਿਆ। ਤੇ ਉਸ ਤੋਂ ਬਾਅਦ ਜਿਹੜੇ ਦੂਸਰੇ ਸਥਾਨ ਤੇ ਆਉਂਦਾ ਹੈ ਤੀਰਥ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਤੀਰਥਾਂ ਦੇ ਉੱਪਰ ਵੀ ਬੜਾ ਗਹਿਰਾ ਜ਼ੋਰ ਦਿੱਤਾ ਕਿ ਜਿਹੜਾ ਤੀਰਥ ਹੈ ਇਹ ਇੱਕ ਪਾਵਨ ਜਗ੍ਹਾ ਹੈ, ਪਾਵਨ ਅਸਥਾਨ ਹੈ। ਇਸ ਦੇ ਉੱਪਰ ਜਿਹੜੇ ਰਹਿਣ ਵਾਲੇ ਨੇ ਉਹ ਵੀ ਇੱਕ ਸ਼ਬਦ ਰੂਪ ਗੁਰੂ ਰੂਪ ਹੋਣ, ਉਹਨਾਂ ਦਾ ਜਿਹੜਾ ਜੀਵਨ ਹੈ ਉਹ ਵੀ ਕਾਇਮ ਹੋਵੇ। ਇਸ ਲਈ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਦੂਰ ਦ੍ਰਿਸ਼ਟੀ ਦੇ ਨਾਲ ਸੋਚਦਿਆਂ ਹੋਇਆਂ, ਕਿਉਂਕਿ ਜਿਹੜਾ ਚੰਗਾ ਗੁਰੂ, ਚੰਗਾ ਅਧਿਆਪਕ ਉਹ ਹੁੰਦਾ ਹੈ ਜਿਹੜਾ ਸਾਡੀਆਂ ਕਮੀਆਂ ਦੀ ਪਹਿਚਾਣ ਕਰੇ। ਜੇ ਅਸੀਂ ਗਲ ਦੇ ਵਿੱਚ ਹਜੂਰੀਆ ਨਹੀਂ ਪਾਇਆ ਤੇ ਉਹ ਦੱਸੇ ਕਿ ਗਲ ਦੇ ਵਿੱਚ ਹਜੂਰੀਆ ਪਾਉਣਾ ਹੈ। ਜਿਹੜਾ ਕੋਈ ਚੰਗਾ ਗੁਰੂ ਹੈ ਉਹ ਦੱਸਦਾ ਹੈ ਕਿ ਤੇਰੇ ਵਿੱਚ ਇਹ ਪਾਪ ਹੈ, ਇਹ ਕੁਕਰਮ ਹੈ, ਇਸ ਨੂੰ ਦੂਰ ਕਰ। ਤੇ ਜਿਹੜਾ ਕੋਈ ਕੱਚਾ ਗੁਰੂ ਹੁੰਦਾ ਉਹ ਆਪਾਂ ਨੂੰ ਮਿੱਠੇ ਬੋਲਾਂ ਦੇ ਨਾਲ ਜੋੜਦਾ ਹੈ। ਉਹ ਸਾਨੂੰ ਮਿੱਠੇ ਬਚਨ ਬੋਲ ਕਰਕੇ ਸਾਨੂੰ ਪ੍ਰਭਾਵਿਤ ਕਰਨ ਦਾ ਯਤਨ ਕਰਦਾ ਹੈ। ਜਿਸ ਨੂੰ ਗੁਰਬਾਣੀ ਦੇ ਵਿੱਚ ਇਸ ਪ੍ਰਕਾਰ ਕਥਨ ਕੀਤਾ ਗਿਆ ਹੈ ਕਿ ਕਾਚੇ ਗੁਰ ਤੇ ਮੁਕਤ ਨਾ ਹੁਆ, ਕਿ ਜਿਹੜਾ ਕੋਈ ਆਪ ਕੱਚਾ ਹੈ ਉਸ ਤੋਂ ਮੁਕਤੀ ਦੀ ਪ੍ਰਾਪਤੀ ਨਹੀਂ ਹੋ ਸਕਦੀ। ਸੋ ਰਹਾਉ ਵਿਚਾਰ ਸਤਿਗੁਰਾਂ ਨੇ ਜਿਹੜੀ ਦੂਸਰਾ ਧਰਮ ਦੀ ਜਿਹੜੀ ਰਾਜਧਾਨੀ ਤੀਰਥ ਹੈ ਉਹਨਾਂ ਨੂੰ ਪਵਿੱਤਰ ਕਰਨ ਦਾ ਯਤਨ ਕੀਤਾ। ਤੇ ਤੀਸਰੀ ਜਿਹੜੀ ਧਰਮ ਦੀ ਰਾਜਧਾਨੀ ਉਹ ਸਨ ਬ੍ਰਾਹਮਣ ਲੋਕ, ਜਿਨ੍ਹਾਂ ਨੇ ਧਰਮ ਦਾ ਉਪਦੇਸ਼ ਦੇਣਾ ਸੀ। ਜੇ ਬ੍ਰਾਹਮਣ ਚੰਗਾ ਹੋਵੇ, ਉਪਦੇਸ਼ ਕਰਨ ਵਾਲਾ ਚੰਗਾ ਹੋਵੇ, ਉਸ ਦਾ ਜੀਵਨ ਹੋਵੇ ਤੇ ਉਸ ਦਾ ਕਹਿਆ ਹੋਇਆ ਇੱਕ ਇੱਕ ਬਚਨ ਸੁਣਨ ਵਾਲੀ ਗੁਰਸੰਗਤ ਉਸ ਨੂੰ ਨਾ ਚਾਹੇ ਵੀ ਮੰਨਣ ਦੇ ਲਈ ਤਿਆਰ ਹੁੰਦੀ ਹੈ। ਇਸ ਲਈ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜਿਹੜੇ ਧਰਮ ਦੇ ਪ੍ਰਚਾਰਕ ਸਨ, ਜਿਨ੍ਹਾਂ ਨੇ ਅੱਗੇ ਸੰਗਤਾਂ ਨੂੰ ਉਪਦੇਸ਼ ਦੇਵਣਾ ਸੀ, ਉਹਨਾਂ ਵਿੱਚੋਂ ਕੋਈ ਆਮ ਮਨੁੱਖ ਨਹੀਂ ਚੁਣੇ। ਜੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸਮਾਂ ਆਇਆ ਤੇ ਉਹਨਾਂ ਨੇ ਵੀ ਪਹਿਲੇ ਹੈੱਡ ਗ੍ਰੰਥੀ ਬਾਬਾ ਬੁੱਢਾ ਸਾਹਿਬ ਜੀ ਨੂੰ ਚੁਣਿਆ। ਜੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਵੀ ਕਿਸੇ ਗੁਰਸਿੱਖ ਸੰਗਤ ਨੂੰ ਉਪਦੇਸ਼ ਦੇਣ ਦੇ ਲਈ ਕੋਈ ਪ੍ਰਚਾਰਕ ਥਾਪਦੇ ਸਨ ਤੇ ਉਹ ਮਨੁੱਖ ਪ੍ਰਚਾਰ ਕਰਦਾ ਸੀ ਜਿਹੜਾ ਆਪ ਗੁਰਬਾਣੀ ਦੇ ਨਾਲ ਜੁੜਿਆ ਹੋਵੇ, ਜਿਹੜਾ ਕਥਾ ਕੀਰਤਨ ਦਾ ਰੂਪ ਹੋ ਚੁੱਕਿਆ ਹੋਵੇ। ਇਸ ਤਰ੍ਹਾਂ ਜਿਹੜੀ ਧਰਮ ਦੀ ਤੀਸਰੀ ਰਾਜਧਾਨੀ ਬ੍ਰਾਹਮਣ ਲੋਕ ਸਨ, ਉਹਨਾਂ ਉੱਪਰ ਸਤਿਗੁਰਾਂ ਨੇ ਇੱਕ ਗਹਿਰਾ ਜਿਹੜਾ ਯਤਨ ਹੈ ਉਹ ਕੀਤਾ ਕਿ ਜੇ ਇਹ ਠੀਕ ਹੋ ਜਾਣਗੇ, ਜਿਹੜੇ ਰਾਜੇ ਨੇ ਉਹ ਵੀ ਆਪਣੇ ਆਪ ਠੀਕ ਹੋਣਗੇ ਤੇ ਜਿਹੜੇ ਤੀਰਥਾਂ ਦਾ ਮਾਹੌਲ ਹੈ ਉਹ ਵੀ ਆਪਣੇ ਆਪ ਠੀਕ ਹੋਵੇਗਾ। ਤੇ ਉਸ ਤੋਂ ਬਾਅਦ ਧਰਮ ਦੀ ਜਿਹੜੀ ਤੀਸਰੀ ਰਾਜਧਾਨੀ ਸੰਤ ਮਹਾਂਪੁਰਖ ਹਨ, ਜਿਨ੍ਹਾਂ ਵੱਲ ਸੰਗਤਾਂ ਨੇ ਵੇਖ ਵੇਖ ਕਰਕੇ ਆਪਣਾ ਜੀਵਨ ਸੁਧਾਰਨਾ ਹੁੰਦਾ ਹੈ। ਕਿਉਂਕਿ ਪ੍ਰਚਾਰ ਦੇ ਦੋ ਪੱਖ ਹਨ, ਇੱਕ ਹੈ ਕਥਾ ਕੀਰਤਨ ਕਰਨਾ ਔਰ ਇੱਕ ਹੈ ਸਾਡਾ ਜੀਵਨ ਹੀ ਪ੍ਰਚਾਰ ਬਣ ਜਾਣਾ। ਕਿਉਂਕਿ ਜਿਸ ਨੇ ਕੋਈ ਧਰਮ ਦਾ ਚੋਲਾ ਪਾਇਆ ਹੋਵੇ, ਧਰਮ ਦੇ ਚਿੰਨ੍ਹ ਪਾਏ ਹੋਣ, ਜਿਹੜੀ ਆਮ ਸੰਗਤ ਹੈ ਉਹ ਵੇਖਦੀ ਹੈ ਕਿ ਜਿਹੜੇ ਫਲਾਣੇ ਗੁਰਸਿੱਖ ਹਨ ਉਹ ਤੁਰਦੇ ਕਿਵੇਂ ਨੇ, ਉਹ ਬੋਲਦੇ ਕਿਵੇਂ ਨੇ, ਉਹ ਗੱਲਾਂ ਕਿਵੇਂ ਕਰਦੇ ਨੇ। ਜੇ ਉਹ ਹਜ਼ੂਰੀ ਦੇ ਵਿੱਚ ਆਉਂਦੇ ਨੇ ਤੇ ਉਹ ਨਮਸਕਾਰ ਕਿਵੇਂ ਕਰਦੇ ਨੇ, ਗੁਰਬਾਣੀ ਦਾ ਅਦਬ ਕਿਵੇਂ ਕਰਦੇ ਨੇ। ਇਸ ਲਈ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜਿਹੜੀ ਚੌਥੀ ਰਾਜਧਾਨੀ
ਜਿਸ ਨੂੰ ਵਿਦਵਾਨਾਂ ਨੇ ਸੰਤ ਮਹਾਂਪੁਰਖਾਂ ਦਾ ਜ਼ਿਕਰ ਕੀਤਾ ਹੈ, ਉਹਨਾਂ ਐਸੇ ਮਹਾਂਪੁਰਖਾਂ ਦੇ ਕੋਲ ਜਾ ਕਰਕੇ ਜਿਨ੍ਹਾਂ ਦੇ ਵਿੱਚੋਂ ਸਿੱਧ ਪੁਰਸ਼ ਸਨ, ਜਿਹੜੇ ਆਖਦੇ ਸਨ ਕਿ ਜਿਹੜਾ ਸੰਸਾਰ ਹੈ ਇਹ ਇੱਕ ਮਾਇਆ ਦਾ ਰੂਪ ਹੈ, ਇਸ ਤੋਂ ਪਰਾਂ ਹਟ ਜਾਓ। ਪਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸਾਨੂੰ ਇੱਕ ਜਿਹੜੀ ਜੁਗਤੀ ਹੈ, ਢੰਗ ਤਰੀਕਾ ਹੈ, ਉਹ ਇਹ ਦੱਸਿਆ ਕਿ ਜਿਹੜਾ ਇਹ ਸੰਸਾਰ ਹੈ, ਇਸ ਦੇ ਵਿੱਚ ਰਹਿੰਦਿਆਂ ਹੋਇਆਂ ਗੁਰਮੁਖ ਮਾਇਆ ਵਿੱਚ ਉਦਾਸੀ, ਐਸਾ ਜਿਹੜਾ ਜੀਵਨ ਬਖਸ਼ ਕਰਕੇ ਜਿਹੜੇ ਸਿੱਧ ਪੁਰਸ਼ ਸਨ ਉਹਨਾਂ ਨੂੰ ਵੀ ਸਮਝਾਇਆ, ਉਹਨਾਂ ਨੂੰ ਵੀ ਨਿਰੁੱਤਰ ਕੀਤਾ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸੰਸਾਰ ਦੇ ਅੰਦਰ ਵਿਚਰਦਿਆਂ ਹੋਇਆਂ ਬੜੇ ਬੜੇ ਐਸੇ ਕਾਰਜ, ਸਭ ਤੋਂ ਜਿਹੜਾ ਵੱਡਾ ਕਾਰਜ ਹੈ ਆਪਣੇ ਸਿੱਖ ਨੂੰ ਗੁਰਬਾਣੀ ਦੇ ਨਾਲ ਜੋੜਨਾ। ਕਿਉਂਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਜਦੋਂ ਅਸੀਂ ਜੀਵਨ ਪੜ੍ਹ ਕੇ ਵੇਖਦੇ ਹਾਂ, ਗੁਰਬਾਣੀ ਪੜ੍ਹ ਕੇ ਵੇਖਦੇ ਹਾਂ, ਤੇ ਸਾਨੂੰ ਉਹਨਾਂ ਸਤਿਪੁਰਖਾਂ ਦੀਆਂ ਜਿਹੜੀਆਂ ਬਾਣੀਆਂ ਕਹਾਣੀਆਂ ਹਨ, ਉਹਨਾਂ ਵਿੱਚੋਂ ਐਸੀਆਂ ਐਸੀਆਂ ਵਡਿਆਈਆਂ ਮਿਲਦੀਆਂ ਨੇ, ਅਸੀਂ ਕਥਨ ਨਹੀਂ ਕਰ ਸਕਦੇ। ਇੱਕ ਵਡਿਆਈ ਸਾਨੂੰ ਇਹ ਮਿਲਦੀ ਹੈ ਕਿ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਕੋਈ ਆਣ ਕੇ ਕੋਈ ਪੁੱਛਦਾ ਸੀ ਕਿ ਜਿਹੜੇ ਤੁਹਾਡੇ ਨਾਲ ਇਹ ਦੋ ਮਨੁੱਖ ਇਹ ਕੌਣ ਹਨ, ਜਿਹੜੇ ਭਾਈ ਬਾਲਾ ਜੀ ਔਰ ਭਾਈ ਮਰਦਾਨਾ ਜੀ ਸਨ, ਉਹਨਾਂ ਬਾਰੇ ਜਦੋਂ ਪੁੱਛਦੇ ਸਨ ਕਿ ਇਹ ਤੁਹਾਡੇ ਨਾਲ ਦੋ ਮਨੁੱਖ ਕੌਣ ਹਨ, ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਇਹ ਨਹੀਂ ਆਖਦੇ ਸਨ ਕਿ ਇਹ ਮੇਰੇ ਚੇਲੇ ਨੇ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਆਖਦੇ ਸਨ ਕਿ ਇਹ ਮੇਰੇ ਭਾਈ ਨੇ, ਇਹ ਭਾਈ ਬਾਲਾ ਜੀ ਔਰ ਭਾਈ ਮਰਦਾਨਾ ਜੀ ਹਨ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀਆਂ ਜੇ ਅਸੀਂ ਵਡਿਆਈਆਂ ਦਾ ਜ਼ਿਕਰ ਕਰੀਏ, ਤੇ ਆਦਿ ਕਾਲ ਤੋਂ ਲੈ ਕੇ ਜਿੰਨੇ ਵੀ ਧਰਮ ਦੇ ਪ੍ਰਚਾਰ ਗੁਰੂ ਪੀਰ ਪੈਗੰਬਰ ਹੋਏ ਨੇ, ਉਹਨਾਂ ਦੇ ਵਿੱਚੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਇੱਕ ਐਸੇ ਪਰਮੇਸ਼ਰ ਦਾ ਰੂਪ ਹੋਏ ਨੇ ਜਿਨ੍ਹਾਂ ਨੇ ਸਭ ਤੋਂ ਜ਼ਿਆਦਾ ਜਿਹੜਾ ਪੈਦਲ ਰਸਤਾ ਹੈ ਉਹ ਤੈਅ ਕੀਤਾ ਹੈ। ਕਿੱਧਰ ਆਪਾਂ ਵੇਖਦੇ ਹਾਂ, ਪਹਾੜੀ ਰਸਤੇ, ਬਰਫੀਲੇ ਰਸਤੇ, ਅਸਾਮ ਵੱਲ ਵੇਖਦੇ ਹਾਂ, ਜਾਂ ਇਸੇ ਪ੍ਰਕਾਰ ਜਿਹੜੇ ਬੜੇ ਦੂਰ ਦੂਰ ਤੱਕ ਗੋਇਆ ਆਦਿਕ ਤੱਕ, ਕਲਕੱਤੇ ਤੱਕ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਪੈਦਲ ਯਾਤਰਾ ਕਰਕੇ ਜਿਹੜੇ ਸਿੱਖ ਸੇਵਕ ਸਨ ਉਹਨਾਂ ਨੂੰ ਪਾਵਨ ਉਪਦੇਸ਼ ਦੇ ਕਰਕੇ ਗੁਰਸਿੱਖੀ ਦੇ ਨਾਲ ਜੋੜਿਆ। ਪੁਰਾਣੇ ਜਿਹੜੇ ਮਹਾਂਪੁਰਖ ਹਨ ਉਹ ਤਾਂ ਇਹ ਵੀ ਬਚਨ ਕਰਦੇ ਸਨ ਕਿ ਜਿਹੜੀ ਇੱਕ ਸਿੱਖੀ ਹੈ ਇਹ ਸਦਾ ਕਾਇਮ ਰਹਿਣ ਵਾਲੀ ਚੀਜ਼ ਹੈ। ਇੱਕ ਮਹਾਂਪੁਰਖਾਂ ਨੇ ਤਾਂ ਐਸੇ ਵੀ ਬਚਨ ਦਾਸ ਨੇ ਸ਼ਰਵਣ ਕੀਤੇ ਹਨ ਕਿ ਜਿਹੜੀ ਸਿੱਖੀ ਹੈ ਇਹ ਤਾਂ ਆਦਿ ਕਾਲ ਤੋਂ ਲੈ ਕੇ ਪੈਦਾ ਹੋਈ ਹੈ, ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਆਣ ਕਰਕੇ ਇਸ ਨੂੰ ਹੋਰ ਪ੍ਰਫੁੱਲਤ ਕੀਤਾ ਹੈ। ਕਿਉਂਕਿ ਜਿਹੜਾ ਸੰਸਾਰ ਦੇ ਅੰਦਰ ਕੋਈ ਵੀ ਮਨੁੱਖ ਜਦੋਂ ਜਨਮ ਲੈਂਦਾ ਹੈ ਉਦੋਂ ਇੱਕ ਸਿੱਖ ਰੂਪ ਹੋ ਕੇ ਜਨਮ ਲੈਂਦਾ ਹੈ। ਉਸ ਦੇ ਕੇਸ ਵੀ ਹੁੰਦੇ ਨੇ, ਉਹ ਸਾਬਤ ਸੂਰਤ ਹੁੰਦਾ ਹੈ। ਤੇ ਜੇਕਰ ਆਪਾਂ ਸਿਰ ਦੇ ਕੇਸ ਨਾ ਕਤਲ ਕਰਵਾਈਏ, ਸੁੰਨਤ ਨਾ ਕਰਵਾਈਏ, ਤੇ ਉਹ ਚਾਹੇ ਹਿੰਦੂ ਮਤ ਦੇ ਵਿੱਚ ਕੋਈ ਬੱਚਾ ਪੈਦਾ ਹੋਵੇ, ਚਾਹੇ ਮੁਸਲਮਾਨੀ ਮਤ ਦੇ ਵਿੱਚ ਪੈਦਾ ਹੋਵੇ, ਉਹ ਜਦੋਂ 10, 12, 20 ਸਾਲਾਂ ਦਾ ਹੋਵੇਗਾ ਤੇ ਉਸ ਨੂੰ ਆਖਣਗੇ ਕਿ ਇਹ ਸਿੱਖਾਂ ਦਾ ਮੁੰਡਾ ਲੱਗਦਾ ਹੈ। ਇਸ ਲਈ ਜਿਹੜੀ ਗੁਰਸਿੱਖੀ ਹੈ ਇਹ ਸਦਾ ਤੋਂ ਕਾਇਮ ਹੈ। ਤੇ ਇੱਕ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੇ ਜਿਵੇਂ ਤੁਹਾਨੂੰ ਗਿਆਨੀ ਗੁਰਜੰਟ ਸਿੰਘ ਜੀ ਨੇ ਇੱਕ ਬਚਨ ਸ਼ਰਵਣ ਕਰਵਾਏ ਨੇ, ਕਿਉਂਕਿ ਕੋਈ ਵੀ ਜਿਹੜੀ ਚੀਜ਼ ਹੁੰਦੀ ਹੈ ਉਹਨੂੰ ਕਰਨ ਦਾ ਕੋਈ ਨਾ ਕੋਈ ਢੰਗ ਤਰੀਕਾ ਜ਼ਰੂਰ ਹੁੰਦਾ ਹੈ ਕਿ ਉਸ ਨੂੰ ਕੀਤਾ ਕਿਵੇਂ ਜਾਵੇ। ਤੇ ਜਿਵੇਂ ਆਪਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਅਵਤਾਰ ਗੁਰਪੁਰਬ ਮਨਾਉਣ ਦੇ ਲਈ ਇਕੱਤਰਿਤ ਹੋ ਰਹੇ ਹਾਂ, ਤੇ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਪਾਵਨ ਵਾਰਾਂ ਦੇ ਅੰਦਰ ਬਚਨ ਕੀਤੇ ਹਨ
ਕਿ ਅਸੀਂ ਉਹਨਾਂ ਗੁਰਸਿੱਖਾਂ ਤੋਂ ਕੁਰਬਾਨ ਜਾਂਦੇ ਹਾਂ। ਕੁਰਬਾਨੀ ਤਿੰਨਾਂ ਗੁਰਸਿੱਖਾਂ ਭਾਏ ਭਗਤ ਗੁਰਪੁਰਬ ਕਰਨ ਦੇ। ਇੱਥੇ ਦੋ ਸ਼ਬਦ ਹਨ, ਭਾਏ ਔਰ ਭਗਤ। ਇਸ ਦਾ ਅਰਥ ਹੈ ਪ੍ਰੇਮਾ ਭਗਤੀ, ਕਿ ਜਿਹੜਾ ਗੁਰਸਿੱਖ ਪ੍ਰੇਮਾ ਭਗਤੀ ਦੇ ਸੰਯੁਕਤ ਗੁਰਪੁਰਬ ਕਰਦਾ ਹੈ ਉਹਨਾਂ ਤੋਂ ਅਸੀਂ ਕੁਰਬਾਨ ਜਾਂਦੇ ਹਾਂ। ਭਾਏ ਭਗਤ ਦਾ ਕੀ ਅਰਥ ਹੈ? ਕਿਉਂਕਿ ਗੁਰਸਿੱਖੀ ਦੇ ਅੰਦਰ ਜਿੰਨੇ ਵੀ ਕਾਰਜ ਹਨ, ਚਾਹੇ ਉਹ ਸੇਵਾ ਹੋਵੇ, ਚਾਹੇ ਉਹ ਗੁਰਬਾਣੀ ਪੜ੍ਹਨੀ ਹੋਵੇ, ਚਾਹੇ ਉਹ ਪੈਦਲ ਯਾਤਰਾ ਹੋਵੇ, ਉਹ ਇੱਕੋ ਚੀਜ਼ ਵੱਲ ਆਕਰਸ਼ਿਤ ਕਰਦੀ ਹੈ। ਉਹ ਕਿਹੜੀ ਹੈ? ਉਹ ਹੈ ਨਾਮ। ਜੇ ਸੇਵਾ ਦਾ ਬਹਾਨਾ ਲਾਇਆ ਤੇ ਸੇਵਾ ਦੇ ਵਿੱਚ ਕੀ ਹੋਵੇ ਕਿ ਨਾਮ ਜਪਣ ਦਾ ਉਪਦੇਸ਼ ਹੋਵੇ, ਕਿਉਂਕਿ ਹਰ ਇੱਕ ਚੀਜ਼ ਦੇ ਦੋ ਪਹਿਲੂ ਹੁੰਦੇ ਹਨ। ਔਰ ਉਸੇ ਤਰ੍ਹਾਂ ਹੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਦਰ ਘਰ ਦੇ ਅੰਦਰ ਵੀ ਸੇਵਾ ਔਰ ਸਿਮਰਨ, ਇਹ ਦੋ ਚੀਜ਼ਾਂ ਨੂੰ ਤਰਜੀਹ ਦਿੱਤੀ ਜਾਂਦੀ ਹੈ। ਜੇ ਗੁਰਸਿੱਖੀ ਦੇ ਅੰਦਰ ਵਿੱਦਿਆ ਦਾ ਪ੍ਰਚਾਰ ਹੈ ਤੇ ਉਹ ਇਹ ਦੋ ਚੀਜ਼ਾਂ ਵੱਲ ਜੋੜਨ ਦਾ ਯਤਨ ਕਰਦਾ ਹੈ, ਸੇਵਾ ਔਰ ਸਿਮਰਨ। ਜਿਵੇਂ ਆਪਾਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜੀਵਨ ਵੱਲ ਵੇਖਦੇ ਹਾਂ ਤੇ ਜਦੋਂ ਭਾਈ ਮਨੀ ਸਿੰਘ ਜੀ ਸਤਿਗੁਰਾਂ ਦੇ ਹਜ਼ੂਰ ਆਏ ਤੇ ਜਿਹੜਾ ਉਸ ਵੇਲੇ ਸਤਿਗੁਰਾਂ ਦੇ ਪਾਸ ਰਹਿ ਕਰਕੇ ਵਿੱਦਿਆ ਪੜ੍ਹਾਉਂਦਾ ਸੀ, ਉਸ ਨੇ ਆਖਿਆ ਕਿ ਜਿਹੜੇ ਇਹ ਛੋਟੇ ਬਾਲਕ ਭਾਈ ਮਨੀ ਸਿੰਘ ਜੀ ਆਏ ਨੇ, ਇਹਨਾਂ ਨੂੰ ਵਿੱਦਿਆ ਵਿੱਚ ਇਹ ਬਹੁਤ ਕੁਸ਼ਲ ਹਨ, ਇਹਨਾਂ ਨੂੰ ਵਿੱਦਿਆ ਪੜ੍ਹਾਈ ਜਾਵੇ। ਤਾਂ ਉਸ ਵੇਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਖਿਆ ਕਿ ਜੇ ਇਹ ਵਿੱਦਿਆ ਦੇ ਵਿੱਚ ਕੁਸ਼ਲ ਹੈ ਤੇ ਇਹਨੂੰ ਸੇਵਾ ਵੱਲ ਵੀ ਲਾਇਆ ਜਾਵੇ। ਕਹਿਣ ਤੋਂ ਭਾਵ ਇਹ ਹੈ ਕਿ ਗੁਰਸਿੱਖੀ ਦੇ ਅੰਦਰ ਕੋਈ ਵੀ ਕਾਰਜ ਹੈ ਉਹ ਸੇਵਾ ਔਰ ਸਿਮਰਨ ਦੇ ਨਾਲ ਜੋੜਨ ਦੇ ਲਈ ਕੀਤਾ ਜਾਂਦਾ ਹੈ। ਜਿਹੜੀ ਗੁਰਬਾਣੀ ਹੈ, ਚਾਹੇ ਇਹ ਵੀ ਨਾਮ ਰੂਪ ਹੈ, ਜਿੱਥੇ ਇਹ ਨਾਮ ਰੂਪ ਹੈ ਉੱਥੇ ਹੀ ਇਹ ਨਾਮ ਜਪਣ ਦਾ ਉਪਦੇਸ਼ ਕਰਦੀ ਹੈ। ਸੋ ਇਸ ਪ੍ਰਕਾਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਸ ਸੰਸਾਰ ਦੇ ਅੰਦਰ ਆਣ ਕਰਕੇ ਤੇ ਅਸੀਂ ਇੱਕ, ਜਿਵੇਂ ਗਿਆਨੀ ਜੀ ਨੇ ਵੀ ਬੇਨਤੀ ਕੀਤੀ ਸੀ ਕਿ ਅਸੀਂ ਆਪਣੇ ਵੱਲ ਵੀ ਨਜ਼ਰ ਮਾਰਨੀ ਹੈ ਕਿ ਅਸੀਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਸਿੱਖ ਹੋ ਕਰਕੇ, ਸੰਤਾਨ ਹੋਣ ਕਰਕੇ ਇਸ ਸੰਸਾਰ ਦੇ ਅੰਦਰ ਅਸੀਂ ਵਿਚਰਦੇ ਹਾਂ, ਪਰ ਕੀ ਅਸੀਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਵਰਗਾ ਸਰੂਪ ਧਾਰਨ ਕੀਤਾ ਹੈ? ਕਿਉਂਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਇੱਕ ਐਸੇ ਅਵਤਾਰ ਹੋਏ ਨੇ, ਬਾਕੀ ਦੇ ਜਿਹੜੇ ਅਵਤਾਰ ਸਨ, ਸ਼੍ਰੀ ਕ੍ਰਿਸ਼ਨ ਜੀ ਜਾਂ ਸ਼੍ਰੀ ਰਾਮ ਚੰਦਰ ਜੀ, ਉਹਨਾਂ ਦੇ ਮੁਖੜੇ ਦੇ ਉੱਪਰ ਸਾਰੀ ਉਮਰ ਦਾੜਾ ਨਹੀਂ ਪ੍ਰਕਾਸ਼ ਹੋਇਆ, ਪਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਐਸੇ ਸਰੂਪ ਵਾਲੇ ਨੇ, ਸਾਬਤ ਸੂਰਤ ਦਸਤਾਰ ਸਿਰਾ, ਐਸਾ ਉਹਨਾਂ ਦਾ ਜਿਹੜਾ ਦਿਖਾਵਟ ਹੈ, ਜਿਹੜੀ ਉਹਨਾਂ ਦਾ ਸਰੂਪ ਹੈ, ਐਸਾ ਸਰੂਪ ਵਾਲੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਹਨ। ਤੇ ਸਾਨੂੰ ਵੀ ਇਹ ਚਾਹੀਦਾ ਹੈ ਕਿ ਅਸੀਂ ਉਹਨਾਂ ਦੇ ਪਾਏ ਹੋਏ ਪੂਰਨਿਆਂ ਦੇ ਉੱਪਰ, ਜਿਵੇਂ ਸਤਿਕਾਰਯੋਗ ਗਿਆਨੀ ਹਰਭਜਨ ਸਿੰਘ ਜੀ ਨੇ ਇੱਕ ਵਾਰ ਵਚਨ ਦੱਸੇ ਕਿ ਪੂਰਨੇ ਕਿਸ ਨੂੰ ਆਖਦੇ ਨੇ, ਕਿ ਜਿਵੇਂ ਪੁਰਾਣੇ ਸਮੇਂ ਦੇ ਅੰਦਰ ਜਿਹੜੇ ਵਿਦਿਆਰਥੀ ਸਨ ਸਕੂਲਾਂ ਦੇ ਵਿੱਚ ਪੜ੍ਹਨ ਵਾਲੇ, ਉਹ ਫੱਟੀ ਦੇ ਰਾਹੀਂ, ਕਲਮ ਦੇ ਰਾਹੀਂ ਜਿਹੜੇ ਕੋਈ ਊੜਾ ਐੜਾ ਜਾਂ ਹੋਰ ਪੜ੍ਹਾਈ ਲਿਖਿਆ ਕਰਦੇ ਸਨ, ਤੇ ਜਿਹੜੇ ਕੁਝ ਵੱਡੀ ਉਮਰ ਦੇ ਮਾਸਟਰ ਜਾਂ ਜਿਹੜੇ ਵੱਡੇ ਵਿਦਿਆਰਥੀ ਹੁੰਦੇ ਸਨ, ਉਹ ਕੀ ਕਰਦੇ ਸਨ ਕਿ ਆਪਣੇ ਭਰਾਵਾਂ ਨੂੰ, ਛੋਟਿਆਂ ਨੂੰ ਪੜ੍ਹਾਉਣ ਦੇ ਲਈ ਜਿਹੜੇ ਪੈਨਸਲ ਦੇ ਨਾਲ ਪੂਰਨੇ ਪਾ ਦਿੰਦੇ ਸਨ, ਤੇ ਉਹਨਾਂ ਉੱਪਰ ਜਿਹੜਾ ਨਵਾਂ ਵਿਦਿਆਰਥੀ ਹੁੰਦਾ ਸੀ, ਛੋਟੀ ਉਮਰ ਦਾ ਵਿਦਿਆਰਥੀ ਹੁੰਦਾ ਸੀ, ਉਹਨਾਂ ਪਾਏ ਹੋਏ ਪੂਰਨਿਆਂ ਦੇ ਉੱਪਰ ਕਲਮ ਦਵਾਤ ਦੇ ਨਾਲ ਊੜਾ ਐੜਾ ਲਿਖ ਲੈਂਦਾ ਸੀ, ਉਹਨੂੰ ਸੁਖਾਲਾ ਹੋ ਜਾਂਦਾ ਸੀ। ਉਸੇ ਤਰ੍ਹਾਂ ਹੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਔਰ ਸਾਡੇ ਧਰਮ ਦੇ ਅੰਦਰ ਹੋਏ ਬੇਅੰਤ ਸੰਤ ਮਹਾਂਪੁਰਖਾਂ ਨੇ ਸਾਡੇ ਲਈ ਪੂਰਨੇ ਪਾਏ ਨੇ।
ਜੇ ਅਸੀਂ ਉਹਨਾਂ ਦੇ ਉੱਪਰ ਚੱਲਣ ਦਾ ਯਤਨ ਵੀ ਨਹੀਂ ਕਰਦੇ ਤੇ ਅਸੀਂ ਕਦੇ ਵੀ ਸਿੱਖ ਨਹੀਂ ਹੋ ਸਕਦੇ, ਕਿਉਂਕਿ ਜਿਹੜਾ ਸਿੱਖ ਸ਼ਬਦ ਹੈ ਇਹ ਇੱਕ ਮੂਲ ਇਸ ਦੀ ਜਿਹੜੀ ਭਾਸ਼ਾ ਉਹ ਸੰਸਕ੍ਰਿਤ ਹੈ। ਸੰਸਕ੍ਰਿਤ ਦੇ ਵਿੱਚ ਆਖਿਆ ਜਾਂਦਾ ਹੈ ਸ਼ਿਸ਼ਯ। ਸ਼ਿਸ਼ਯ ਦਾ ਅਰਥ ਹੁੰਦਾ ਹੈ ਕਿ ਜਿਹੜਾ ਸਿੱਖਣ ਵਾਲਾ ਹੋਵੇ, ਜਿਹੜਾ ਸਾਰੀ ਉਮਰ ਸਿੱਖਦਾ ਰਵੇ। ਪਰ ਅਸੀਂ ਆਪਣੇ ਵੱਲ ਨਜ਼ਰ ਮਾਰ ਕੇ ਵੇਖਣਾ ਹੈ ਕਿ ਸਾਨੂੰ ਕੋਈ ਮਾੜੀ ਜਿਹੀ ਪਦਵੀ ਵੀ ਮਿਲ ਜਾਵੇ ਤੇ ਅਸੀਂ ਸਿੱਖਣਾ ਛੱਡ ਦਿੰਦੇ ਹਾਂ। ਅਸੀਂ ਆਖਦੇ ਹਾਂ ਕਿ ਅਸੀਂ ਹੁਣ ਕੀ ਲੈਣਾ ਹੈ ਪੜ੍ਹ ਕੇ। ਪਰ ਜਿਹੜੀ ਵਿੱਦਿਆ ਹੈ ਇਹ ਕਿਸੇ ਦੀ ਮੁਥਾਜ ਨਹੀਂ ਹੁੰਦੀ। ਹੋ ਸਕਦਾ ਹੈ ਕਿ ਸਾਡੇ ਨਾਲੋਂ ਘੱਟ ਉਮਰ ਵਾਲਾ, ਸਾਡੇ ਨਾਲੋਂ ਘੱਟ ਅਵਸਥਾ ਵਾਲਾ ਵੀ ਵਧੇਰੇ ਵਿੱਦਿਆ ਪੜ੍ਹ ਸਕਦਾ ਹੈ। ਇਸ ਲਈ ਜਿਹੜਾ ਸਿੱਖ ਹੈ ਇਸ ਨੂੰ ਤਾਂ ਸਾਰੀ ਉਮਰ ਹੀ ਸਿੱਖਣਾ ਚਾਹੀਦਾ ਹੈ। ਹੁਣ ਸਾਡੀ ਹਾਲਤ ਇਹ ਬਣੀ ਹੋਈ ਹੈ ਕਿ ਨਾ ਅਸੀਂ ਕੋਈ ਇਤਿਹਾਸ ਪੜ੍ਹ ਕੇ ਰਾਜੀ ਹਾਂ, ਨਾ ਅਸੀਂ ਜਿਹੜੀ ਪਾਵਨ ਪਵਿੱਤਰ ਗੁਰਬਾਣੀ ਦੀ ਸੰਥਿਆ ਹੈ ਉਹ ਕਰਕੇ ਰਾਜੀ ਹਾਂ। ਸਾਨੂੰ ਇਹ ਜਾਪਦਾ ਹੈ ਕਿ ਇਹ ਤਾਂ ਇੱਕ ਵਿਹਲੜਾਂ ਦਾ ਕੰਮ ਹੈ, ਪਰ ਇੱਦਾਂ ਨਹੀਂ। ਅਸਲ ਦੇ ਵਿੱਚ ਗੁਰਸਿੱਖਾਂ ਦੇ ਘਰ ਜਨਮ ਲੈਣਾ ਔਰ ਜਨਮ ਲੈ ਕਰਕੇ ਗੁਰਸਿੱਖੀ ਦਾ ਪ੍ਰਚਾਰ ਕਰਨਾ ਇਹ ਸਾਰਿਆਂ ਦੇ ਹਿੱਸੇ ਨਹੀਂ ਆਉਂਦਾ, ਕਿਉਂਕਿ ਆਮ ਕਰਕੇ ਆਪਾਂ ਸੋਚਦੇ ਹਾਂ ਕਿ ਸਾਡਾ ਜਿਹੜਾ ਬੱਚਾ ਹੈ ਉਹ ਕੋਈ ਮਾਸਟਰ ਬਣੇ, ਜਾਂ ਸਾਡਾ ਜਿਹੜਾ ਬੱਚਾ ਹੈ ਉਹ ਇੰਜੀਨੀਅਰ ਬਣੇ, ਕੋਈ ਵਕੀਲ ਜੱਜ ਬਣੇ। ਪਰ ਇਹ ਵੀ ਇੱਕ ਜਿਹੜੀ ਪ੍ਰਚਾਰ ਕਰਨ ਦੀ ਜਿਹੜੀ ਸ਼੍ਰੇਣੀ ਹੈ ਇਹ ਵੀ ਕਿਸੇ ਪਦਵੀ ਦੇ ਨਾਲੋਂ ਘੱਟ ਨਹੀਂ। ਇਸ ਲਈ ਅਸੀਂ ਆਪਣੇ ਬੱਚਿਆਂ ਨੂੰ ਚਾਹੇ ਪ੍ਰੋਫੈਸ਼ਨਲ ਤੌਰ 'ਤੇ ਨਹੀਂ, ਪਰ ਫਿਰ ਵੀ ਅਸੀਂ ਜਿਹੜੀ ਗੁਰਮਤਿ ਦੀ ਵਿੱਦਿਆ ਹੈ, ਗੁਰੂ ਇਤਿਹਾਸ ਹੈ, ਉਸ ਦੇ ਨਾਲ ਜੋੜਨ ਦਾ ਯਤਨ ਕਰੀਏ। ਉਸ ਦਾ ਕਾਰਨ ਇਹ ਹੈ ਕਿਉਂਕਿ ਅੱਜ ਤੱਕ ਜਿਸ ਕੌਮ ਦਾ ਇਤਿਹਾਸ ਨਹੀਂ ਹੈਗਾ ਜਾਂ ਇਤਿਹਾਸ ਨੂੰ ਪੜ੍ਹਨ ਵਾਲੇ ਖਤਮ ਹੋ ਗਏ ਨੇ, ਉਹ ਸਮਾਂ ਪਾ ਕੇ ਜਿਹੜੀਆਂ ਕੌਮਾਂ ਨੇ ਉਹ ਸੰਸਾਰ ਦੇ ਵਿੱਚੋਂ ਨਾਸ਼ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ। ਕਿਉਂਕਿ ਜਿਹੜਾ ਇਤਿਹਾਸ ਹੈ ਇਸ ਨੂੰ ਵਿਦਵਾਨਾਂ ਨੇ ਮੁੱਢ ਮੰਨਿਆ ਹੈ, ਤੇ ਜਿਸ ਦਰਖਤ ਦਾ ਮੁੱਢ ਕਾਇਮ ਨਾ ਹੋਵੇ ਤੇ ਜਿਹੜਾ ਦਰਖਤ ਹੈ ਉਹ ਕਾਇਮ ਨਹੀਂ ਰਹਿ ਸਕਦਾ। ਇਸ ਲਈ ਸਤਿਗੁਰੂ ਜੀ ਸਾਡੇ ਉੱਪਰ ਕਿਰਪਾ ਕਰਨ, ਅਸੀਂ ਗੁਰਬਾਣੀ ਔਰ ਗੁਰ ਇਤਿਹਾਸ ਤੋਂ ਜਾਣੂ ਹੋ ਕਰਕੇ ਆਪਣਾ ਜਿਹੜਾ ਜੀਵਨ ਹੈ ਉਸ ਨੂੰ ਯਾਪਨ ਕਰੀਏ। ਸਤਿਗੁਰਾਂ ਨੇ ਅੱਜ ਜੋ ਪਾਵਨ ਹੁਕਮ ਸਾਡੇ ਗੁਰਸਿੱਖਾਂ ਤਾਈਂ ਬਖਸ਼ਿਸ਼ ਕੀਤਾ ਹੈ ਉਸ ਨੂੰ ਕੁਝ ਮਿੰਟਾਂ ਦੇ ਵਿੱਚ ਰਲ ਮਿਲ ਕਰਕੇ ਸ਼ਰਵਣ ਕਰਨਾ ਕਰੀਏ ਜੀ। ਵਾਹਿਗੁਰੂ ਸਾਹਿਬ ਜੀਓ। ਸੋਰਠ ਮਹੱਲਾ ਪੰਜਵਾਂ। ਜਿਤ ਪਾਰ ਬ੍ਰਹਮ ਚਿਤ ਆਇਆ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਸੋਰਠ ਰਾਗਣੀ ਦੇ ਅੰਦਰ ਬਚਨ ਉਚਾਰਨ ਕਰਦੇ ਨੇ। ਇੱਥੇ ਦਾਸ ਛੋਟੀ ਜਿਹੀ ਬੇਨਤੀ ਕਰ ਦੇਵੇ ਕਿ ਆਮ ਕਰਕੇ ਕਈ ਸਿੱਖ ਪ੍ਰਚਾਰਕ ਐਸਾ ਵੀ ਆਖਦੇ ਨੇ ਕਿ ਜਿਹੜੀਆਂ ਗੁਰਬਾਣੀ ਦੇ ਵਿੱਚ ਸਿਹਾਰੀਆਂ ਔਂਕੜ ਲਾਏ ਹੋਏ ਨੇ ਇਹਨਾਂ ਦਾ ਕੋਈ ਮਤਲਬ ਨਹੀਂ। ਪਰ ਅਸਲ ਦੇ ਵਿੱਚ ਜਦੋਂ ਅਸੀਂ ਗਹਿਰੀ ਵਿੱਦਿਆ ਦਾ ਅਧਿਐਨ ਕਰਦੇ ਹਾਂ, ਜਿਵੇਂ ਇੱਥੇ ਸੋਰਠ ਦੇ ਠੱਠੇ ਨੂੰ ਸਿਹਾਰੀ ਲੱਗੀ ਹੋਈ ਹੈ, ਇਸ ਦਾ ਮਤਲਬ ਇਹ ਹੈ ਕਿ ਇਹ ਇਸਤਰੀ ਲਿੰਗ ਸ਼ਬਦ ਹੈ, ਭਾਵ ਸੋਰਠੀ ਇਹ ਇੱਕ ਰਾਗਣੀ ਦਾ ਨਾਮ ਹੈ। ਸੋਰਠ ਰਾਗਣੀ ਦੇ ਅੰਦਰ ਪੰਚਮ ਪਾਤਸ਼ਾਹ ਬਚਨ ਉਚਾਰਨ ਕਰਦੇ ਹਨ ਕਿ ਜਿਤ ਪਾਰ ਬ੍ਰਹਮ ਚਿਤ ਆਇਆ। ਜਿਸ ਹਿਰਦੇ ਘਰ ਦੇ ਅੰਦਰ ਪਰਮੇਸ਼ਰ ਵਾਹਿਗੁਰੂ ਦਾ ਜਿਹੜਾ ਨਾਮ ਹੈ ਉਹ ਚੇਤੇ ਆਇਆ, ਜਾਂ ਜਿਨ੍ਹਾਂ ਪ੍ਰਤੱਖ ਘਰਾਂ ਦੇ ਅੰਦਰ ਪਰਮੇਸ਼ਰ ਵਾਹਿਗੁਰੂ ਦੀ ਜਿਹੜੀ ਸਿਫਤੋ ਸਲਾਹ ਹੈ ਉਹ ਹੋਣਾ ਕਰਦੀ ਹੈ। ਸੋ ਘਰ ਦਈਏ ਵਸਾਇਆ। ਸਤਿਗੁਰੂ ਜੀ ਆਖਦੇ ਨੇ ਕਿ ਐਸੇ ਜਿਹੜੇ ਹਿਰਦੇ ਰੂਪ ਘਰ ਹਨ ਜਾਂ ਪ੍ਰਤੱਖ ਘਰ ਹਨ ਉਹਨਾਂ ਨੂੰ ਵਸਾ ਦੇਣਾ ਕਰੋ, ਉਹਨਾਂ ਨੂੰ ਖੁਸ਼ੀਆਂ ਖੇੜਿਆਂ ਦੇ ਨਾਲ ਭਰ ਦੇਣਾ ਕਰੋ।
ਸੁਖ ਸਾਗਰ ਗੁਰ ਪਾਇਆ। ਸਤਿਗੁਰੂ ਜੀ ਬਚਨ ਉਚਾਰਨ ਕਰਦੇ ਹਨ ਸੁਖ ਸਾਗਰ। ਸੁਖ ਸਾਗਰ ਇੱਕ ਪਰਮੇਸ਼ਰ ਵਾਹਿਗੁਰੂ ਦਾ ਪੜਨਾਉ ਹੈ ਕਿ ਜਿਹੜਾ ਸੁੱਖਾਂ ਦਾ ਸਾਗਰ ਪਰਮੇਸ਼ਰ ਵਾਹਿਗੁਰੂ ਔਰ ਗੁਰੂ ਸਾਹਿਬਾਨ, ਐਸੇ ਜਿਹੜੇ ਪਰਮੇਸ਼ਰ ਵਾਹਿਗੁਰੂ ਨੂੰ ਪ੍ਰਾਪਤ ਕਰਵਾਉਣ ਵਾਲੇ ਜਿਹੜੇ ਗੁਰੂ ਸਾਹਿਬਾਨਾਂ ਦੀ ਸ਼ਰਨ ਔਰ ਸੁੱਖਾਂ ਦਾ ਸਾਗਰ ਪਰਮੇਸ਼ਰ ਵਾਹਿਗੁਰੂ ਪਾਇਆ ਮੈਨੇ, ਜਿਨ੍ਹਾਂ ਜਿਨ੍ਹਾਂ ਨੇ ਪ੍ਰਾਪਤ ਕਰ ਲੈਣਾ ਕੀਤਾ ਹੈ। ਤਾ ਸਹਸਾ ਸਗਲ ਮਿਟਾਇਆ। ਤੇ ਐਸੇ ਵਾਹਿਗੁਰੂ ਦੀ ਪ੍ਰਾਪਤੀ ਤੋਂ ਬਾਅਦ, ਨਾਮ ਜਪਣ ਤੋਂ ਬਾਅਦ, ਤਾਂ ਸਹਸਾ ਸਗਲ ਮਿਟਾਇਆ। ਜਿੰਨੇ ਵੀ ਇਸ ਜੀਵ ਜੜ ਦੇ ਜਿਹੜੇ ਗੰਢਾਂ ਬਣੀਆਂ ਹੋਈਆਂ ਸਨ, ਜਾਂ ਜਿਹੜੇ ਸ਼ੰਕੇ ਆਦਿਕ ਸਨ, ਭਰਮ ਆਦਿਕ ਸਨ, ਉਹ ਸਾਰੇ ਹੀ ਮਿਟ ਜਾਣਾ ਕੀਤੇ। ਹਰ ਕੇ ਨਾਮ ਕੀ ਵਡਿਆਈ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਬਚਨ ਉਚਾਰਦੇ ਹਨ ਕਿ ਸਾਰਿਆਂ ਨੂੰ ਹਰਿਆ ਭਰਿਆ ਕਰਨ ਵਾਲਾ, ਪਾਪਾਂ ਨੂੰ ਨਾਸ਼ ਕਰਨ ਵਾਲਾ ਜੋ ਪਰਮੇਸ਼ਰ ਵਾਹਿਗੁਰੂ ਦਾ ਨਾਮ ਹੈ, ਐਸੇ ਵਾਹਿਗੁਰੂ ਜੀ ਦੇ ਨਾਮ ਦੀ ਐਸੀ ਵਡਿਆਈ ਹੈ। ਆਠ ਪਹਿਰ ਗੁਣ ਗਾਈ। ਕਿ ਐਸੇ ਵਾਹਿਗੁਰੂ ਦੇ ਵਡਿਆਈ ਵਾਲੇ ਪਰਮੇਸ਼ਰ ਨਾਮ ਨੂੰ ਆਠ ਪਹਿਰ ਗੁਣ ਗਾਈ। ਜਿਹੜਾ ਅੱਠੇ ਪਹਿਰ ਵਾਹਿਗੁਰੂ ਦੇ ਗੁਣਾਂ ਨੂੰ ਗਾਵਣਾ, ਕਿਉਂਕਿ ਵਾਹਿਗੁਰੂ ਦੇ ਜਿਹੜੇ ਗੁਣ ਹਨ ਉਹ ਕੀ ਹੈ? ਉਹ ਹੈ ਨਾਮ। ਤੇ ਨਾਮ ਨੂੰ ਜਦੋਂ ਅਸੀਂ ਗਾਉਣਾ ਕਰਾਂਗੇ, ਗੁਰ ਪੂਰੇ ਤੇ ਪਾਈ। ਫਿਰ ਕਹਿੰਦੇ ਕਿ ਗੁਰਾਂ ਦੀ ਪ੍ਰਾਪਤੀ ਹੋਵੇਗੀ। ਜਾਂ ਜਿਸ ਪ੍ਰਕਾਰ ਵਿਚਾਰ ਮਾਲਾ ਦੇ ਅੰਦਰ ਆਪਾਂ ਬਚਨ ਪੜ੍ਹਦੇ ਹਾਂ ਕਿ ਜਿਹੜਾ ਨਾਮ ਜਪਣ ਦੀ ਜਿਹੜੀ ਪ੍ਰਕਿਰਿਆ ਹੈ ਉਹ ਸਾਧ ਸੰਗਤ ਤੋਂ ਸ਼ੁਰੂ ਹੁੰਦੀ ਹੈ ਕਿ ਰਾਮ ਮਇਆ ਸਤਿਗੁਰ ਦਇਆ ਸਾਧ ਸੰਗ ਜਬ ਹੋਏ। 99 ਕਰਕੇ ਖੰਡਕ 99 ਦੇ ਨਾਲ ਇਸ ਦੇ ਅਰਥ ਕਰਦੇ ਨੇ ਕਿ ਸਾਧ ਸੰਗ ਜਬ ਹੋਏ, ਤੇ ਉਸ ਵੇਲੇ ਗੁਰ ਦਇਆ ਤੇ ਰਾਮ ਮਇਆ। ਪਹਿਲਾਂ ਸਤ ਸੰਗਤ ਦੀ ਪ੍ਰਾਪਤੀ ਹੁੰਦੀ ਹੈ, ਫਿਰ ਗੁਰਾਂ ਦੇ ਨਾਲ ਮਿਲਾਪ ਹੁੰਦਾ ਹੈ, ਤੇ ਫਿਰ ਐਸੇ ਗੁਰਾਂ ਦੇ ਦੁਆਰਾ ਗੁਰਬਾਣੀ ਪੜ੍ਹ ਕੇ, ਗੁਰ ਇਤਿਹਾਸ ਸੁਣ ਕਰਕੇ ਸਾਨੂੰ ਪਰਮੇਸ਼ਰ ਵਾਹਿਗੁਰੂ ਦੇ ਨਾਮ ਦੀ ਪ੍ਰਾਪਤੀ ਹੋਣਾ ਕਰਦੀ ਹੈ। ਸਤਿਗੁਰੂ ਜੀ ਬਚਨ ਉਚਾਰਨ ਕਰਦੇ ਹਨ ਗੁਰ ਪੂਰੇ ਤੇ ਪਾਈ, ਕਿ ਵਾਹਿਗੁਰੂ ਜੀ ਦੇ ਜਿਹੜੇ ਗੁਣਾਂ ਦੀ ਵਡਿਆਈ ਕਰਨੀ ਅਸੀਂ ਸਤਿਗੁਰਾਂ ਤੋਂ ਪ੍ਰਾਪਤ ਕਰਨਾ ਕੀਤੀ ਹੈ। ਤੇ ਪ੍ਰਾਪਤ ਕਰਨ ਤੋਂ ਬਾਅਦ, ਨਾਮ ਜਪਣ ਤੋਂ ਬਾਅਦ ਸਾਨੂੰ ਫਲ ਕੀ ਪ੍ਰਾਪਤ ਹੁੰਦਾ ਹੈ, ਉਹ ਅੱਗੇ ਬਚਨ ਦੱਸਦੇ ਹਨ। ਰਹਾਉ। ਨਾਮ ਜਪਣ ਕਰਕੇ ਪ੍ਰਾਪਤੀ ਕੀ ਹੋਵੇਗੀ? ਸਾਡਾ ਜਿਹੜਾ ਵਿਚਲਿਤ ਹੋਇਆ ਮਨ ਹੈ, ਰਹਾਉ ਮੈਨੇ ਟਿਕਾਅ ਵਾਲੀ ਅਵਸਥਾ ਵਿੱਚ ਆ ਜਾਵੇਗਾ। ਤੇ ਕਿਸੇ ਨੇ ਸਵਾਲ ਕੀਤਾ, ਜਿਵੇਂ ਆਮ ਸਾਡੇ ਮਨੁੱਖਾਂ ਦਾ ਸੁਭਾਅ ਹੈ ਕਿ ਜੇ ਅਸੀਂ ਆਹ ਕੰਮ ਨਾ ਕਰਾਂਗੇ ਫਿਰ ਕੀ ਹੋ ਜਾਵੇਗਾ, ਜੇ ਅਸੀਂ ਗੁਰਾਂ ਦੀ ਵਡਿਆਈ ਨਾ ਕਰਾਂਗੇ ਫਿਰ ਕੀ ਹੋਵੇਗਾ। ਤੇ ਸਤਿਗੁਰੂ ਜੀ ਆਖਦੇ ਨੇ ਰਹਾਓ, ਇਸ ਸੰਸਾਰ ਦੇ ਅੰਦਰ ਹੀ ਤੁਹਾਡਾ ਜਿਹੜਾ ਆਉਣ ਜਾਣ ਦਾ ਗੇੜ ਹੈ ਉਹ ਬਣਿਆ ਰਹੇਗਾ, ਇਹੀ ਰਹਾਓ ਬਣਿਆ ਰਹੇਗਾ। ਇਹੀ ਜਿਹੜਾ ਗੇੜ ਹੈ, ਇਹੀ ਜਿਹੜਾ ਬੰਧਨ ਹੈ, ਉਹ ਹੀ ਤੁਹਾਨੂੰ ਇਸ ਆਤਮਾ ਨੂੰ, ਇਸ ਜੀਵ ਨੂੰ ਬਣਿਆ ਰਹੇਗਾ। ਪ੍ਰਭ ਕੀ ਅਕਥ ਕਹਾਣੀ। ਜਿਹੜਾ ਪ੍ਰਭੂ ਐਸਾ ਜਿਹੜਾ ਪਰਮੇਸ਼ਰ ਵਾਹਿਗੁਰੂ ਹੈ, ਜਿਹੜਾ ਸਾਨੂੰ ਭਾ ਦਾ ਅਰਥ ਹੈ ਭਗਤੀ, ਪ੍ਰ ਮੈਨੇ ਵਿਸ਼ੇਸ਼ ਕਰਕੇ, ਜਿਹੜਾ ਸਾਨੂੰ ਵਿਸ਼ੇਸ਼ ਕਰਕੇ ਭਗਤੀ ਪ੍ਰਦਾਨ ਕਰਨ ਵਾਲਾ ਹੈ, ਪ੍ਰੇਮਾ ਭਗਤੀ ਦੇਣ ਵਾਲਾ ਹੈ। ਐਸਾ ਜਿਹੜਾ ਪਰਮੇਸ਼ਰ ਵਾਹਿਗੁਰੂ ਹੈ, ਉਸ ਦੀ ਜਿਹੜੀ ਕਹਾਣੀ ਹੈ ਉਹ ਅਕਥ ਹੈ, ਉਹ ਸ਼ਬਦਾਂ ਦੇ ਨਾਲ ਕਥਨ ਨਹੀਂ ਕੀਤੀ ਜਾ ਸਕਦੀ। ਜਨ ਬੋਲ ਹੈ ਅੰਮ੍ਰਿਤ ਬਾਣੀ। ਸਤਿਗੁਰੂ ਜੀ ਆਖਦੇ ਨੇ ਕਿ ਜਿਹੜੇ ਪਰਮੇਸ਼ਰ ਵਾਹਿਗੁਰੂ ਦੇ ਜਨ ਭਗਤ ਹਨ ਜਾਂ ਸੇਵਕ ਹਨ, ਪਰਮੇਸ਼ਰ ਵਾਹਿਗੁਰੂ ਦੁਆਰਾ ਉਚਾਰਨ ਕੀਤੀ ਹੋਈ ਜਿਹੜੀ ਪਾਵਨ ਅੰਮ੍ਰਿਤ ਬਾਣੀ ਹੈ, ਨਾਨਕ ਦਾਸ ਵਖਾਣੀ। ਜਿਹੜੇ ਆਖਦੇ ਹਨ ਕਿ ਦਾਸ ਸੇਵਕ ਬਣ ਜਾਂਦੇ ਹਨ, ਉਹਨਾਂ ਨੇ ਵਖਾਣੀ ਇਸ ਗੁਰਬਾਣੀ ਨੂੰ ਪੜ੍ਹਨਾ ਕੀਤਾ ਹੈ।
ਤੇ ਪੜ੍ਹਦਿਆਂ ਐਸੀ ਅਵਸਥਾ ਆਉਂਦੀ ਹੈ ਤੇ ਨਾਮ ਦੀ ਪ੍ਰਾਪਤੀ ਹੁੰਦੀ ਹੈ। ਇਹ ਹੈ ਹਰਿ ਕੇ ਨਾਮ ਕੀ ਵਡਿਆਈ। ਤੇ ਵਡਿਆਈ ਪ੍ਰਾਪਤ ਕਰਦਿਆਂ ਗੁਣ ਗਾਉਂਦਿਆਂ ਪ੍ਰਾਪਤੀ ਕੀ ਹੁੰਦੀ ਹੈ ਤਾਂ ਸਹਿਸਾ ਸਗਲ ਮਿਟਾਇਆ। ਜਿਹੜੇ ਸ਼ੰਕੇ ਹਨ, ਸ਼ੰਕੇ ਕੀ ਮਨੁੱਖ ਨੂੰ ਪਏ ਹੋਏ ਨੇ। ਮਨੁੱਖ ਸੋਚਦਾ ਕਿ ਇਹ ਸੰਸਾਰ ਸੱਚਾ ਹੈ ਤੇ ਕਦੇ ਟੱਲੀ ਹੋਇਆ ਇਹ ਵੀ ਆਖਦਾ ਹੈ ਕਿ ਆ ਜਗ ਮਿੱਠਾ ਅਗਲਾ ਕਿਨ ਡਿੱਠਾ। ਪਰ ਸਤਿਗੁਰੂ ਜੀ ਆਖਦੇ ਨੇ ਕਿ ਜਿਹੜੇ ਭਰਮ ਹਨ, ਭੁਲੇਖੇ ਹਨ, ਉਹ ਮਨੁੱਖ ਦੇ ਮਿਟ ਜਾਂਦੇ ਹਨ। ਫਿਰ ਕੈਸੀ ਅਵਸਥਾ ਆਉਂਦੀ ਹੈ, ਜਨ ਬੋਲਹਿ ਅੰਮ੍ਰਿਤ ਬਾਣੀ। ਜਿਹੜੀ ਮ੍ਰਿਤਿਉ ਤੋਂ ਰਹਿਤ ਕਰਨ ਵਾਲੀ ਬਾਣੀ ਹੈ। ਸੇਵਕ ਜਨ, ਭਗਤ ਜਨ ਉਸ ਪਾਵਨ ਗੁਰਬਾਣੀ ਨੂੰ ਬੋਲਣਾ ਕਰਦੇ ਹਨ, ਆਪਣੇ ਮੁਖ ਰਾਹੀਂ ਗੁਰਬਾਣੀ ਪੜ੍ਹਨਾ ਕਰਦੇ ਹਨ। ਸਤਿਗੁਰੂ ਜੀ ਸਾਡੇ ਸਾਰਿਆਂ ਦੇ ਉੱਪਰ ਬਖਸ਼ਿਸ਼ ਕਰਨ। ਅਸੀਂ ਪ੍ਰਸ਼ਾਦਾ ਪਾਣੀ ਛਕ ਕੇ ਜਾਂ ਇੱਧਰ ਉੱਧਰ ਗੇੜੇ ਕੱਢ ਕੇ ਹੀ ਨਾ ਇਹ ਗੁਰਪੁਰਬ ਮਨਾ ਲਿਆ ਕਰੀਏ, ਕਿਉਂਕਿ ਜਿਹੜਾ ਪ੍ਰਸ਼ਾਦਾ ਪਾਣੀ ਹੈ ਇਹ ਤੇ ਆਪਾਂ ਹਰ ਰੋਜ਼ ਛਕਦੇ ਹੀ ਹਾਂ। ਇਸ ਦੇ ਨਾਲ ਕੀ ਕਰਨਾ ਕਰੀਏ, ਕਿਉਂਕਿ ਚੰਗਾ ਮਨੁੱਖ ਉਹ ਹੁੰਦਾ ਜਿਹੜਾ ਇੱਕ ਗੁਣ ਹੀ ਗ੍ਰਹਿਣ ਕਰ ਲਵੇ। ਤੇ ਆਪਾਂ ਅੱਜ ਸਾਰਿਆਂ ਨੇ ਇੱਕ ਗੁਣ ਗ੍ਰਹਿਣ ਕਰਕੇ ਘਰਾਂ ਨੂੰ ਵਰਤਣਾ ਹੈ ਕਿ ਭਾਈ ਗੁਰਦਾਸ ਜੀ ਉਹਨਾਂ ਦੇ ਉੱਪਰੋਂ ਕੁਰਬਾਨ ਜਾਂਦੇ ਹਨ, ਜਿਹੜੇ ਭਾਏ ਭਗਤ ਗੁਰਪੁਰਬ ਕਰੰਦੇ। ਕਿ ਜਿਹੜੇ ਪ੍ਰੇਮਾ ਭਗਤੀ ਦੇ ਨਾਲ, ਪ੍ਰੇਮਾ ਭਗਤੀ ਕਿਵੇਂ ਪ੍ਰਾਪਤ ਹੁੰਦੀ ਹੈ, ਉਹਦੇ ਦੋ ਸਾਧਨ ਹਨ। ਇੱਕ ਹੈ ਗੁਰਬਾਣੀ ਪੜ੍ਹਨੀ ਔਰ ਦੂਸਰੀ ਹੈ ਗੁਰਬਾਣੀ ਦੇ ਉੱਪਰ ਸ਼ਰਧਾ ਰੱਖਣੀ। ਕਿਉਂਕਿ ਜਿਹੜੇ ਵਿਦਵਾਨ ਹਨ ਉਹਨਾਂ ਨੇ ਇਹ ਗੱਲ ਕਥਨ ਕੀਤੀ ਹੈ ਕਿ ਜਦੋਂ ਧਰਮ ਦੇ ਮਾਰਗ ਦੇ ਉੱਪਰ ਪ੍ਰਵੇਸ਼ ਕਰਨਾ ਹੋਵੇ ਤੇ ਦੋ ਚੀਜ਼ਾਂ ਦੀ ਲੋੜ ਪੈਂਦੀ ਹੈ। ਇੱਕ ਹੈ ਵਿੱਦਿਆ, ਜਿਸ ਨੂੰ ਆਪਾਂ ਜਾਣਕਾਰੀ ਆਖ ਸਕਦੇ ਹਾਂ, ਗਿਆਨ ਆਖ ਸਕਦੇ ਹਾਂ, ਤੇ ਦੂਸਰੀ ਹੈ ਭਾਵਨਾ। ਕਿਉਂਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਅਵਤਾਰ ਤੋਂ ਪਹਿਲਾਂ ਦਾ ਜਿਹੜਾ ਸਮਾਂ ਸੀ, ਉਸ ਦੇ ਅੰਦਰ ਵਿੱਦਿਆ ਬਹੁਤ ਸੀ। 4 ਵੇਦ ਸਨ, 6 ਸ਼ਾਸਤਰ ਸਨ, 27 ਸਿਮਰਤੀਆਂ ਸਨ। ਗਿਆਨ ਦੇ ਜਿਹੜੇ ਭੰਡਾਰੇ ਸਨ ਉਹ ਭਰੇ ਹੋਏ ਸਨ। ਕਈ ਜਿਵੇਂ ਪ੍ਰਚਾਰਕ ਆਖਦੇ ਨੇ ਕਿ ਅਸੀਂ ਗਿਆਨ ਗੁਰੂ ਨੂੰ ਮੰਨਦੇ ਹਾਂ, ਤੇ ਜਿਹੜੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਇੱਕ ਆਮ ਮਨੁੱਖ ਦੇ ਵਾਂਗ ਕਥਨ ਕਰਦੇ ਨੇ ਕਿ ਜਿਵੇਂ ਅਸੀਂ ਮਨੁੱਖ ਹਾਂ ਉੱਦਾਂ ਹੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਹੋਏ ਨੇ। ਪਰ ਇਹ ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਵਡਿਆਈ ਸੀ ਕਿ ਸਾਨੂੰ ਵਿਚਲਿਤ ਹੋਇਆਂ ਨੂੰ, ਭਰਮ ਦੇ ਵਿੱਚ ਪਿਆ ਹੋਇਆਂ ਮਨੁੱਖਾਂ ਨੂੰ ਆਮ ਮਨੁੱਖ ਬਣ ਕੇ ਸਿੱਖਿਆ ਦਿੱਤੀ, ਆਮ ਮਨੁੱਖ ਬਣ ਕੇ ਉਪਦੇਸ਼ ਦੇ ਨਾਲ ਜੋੜਿਆ। ਕਿਉਂਕਿ ਜਦੋਂ ਸਿੱਖ ਨੂੰ ਸਮਝਾਉਣਾ ਹੋਵੇ, ਜਿਵੇਂ ਮਾਸਟਰ ਪਹਿਲਾਂ ਊੜਾ ਐੜਾ ਬੋਲਦੇ ਨੇ, ABC ਬੋਲਦੇ ਨੇ, ਪਿੱਛੇ ਬੱਚੇ ਬੋਲਦੇ ਨੇ। ਜੇ ਮਾਸਟਰ ABC ਬੋਲਦਾ ਹੈ ਤੇ ਇਸ ਦਾ ਮਤਲਬ ਇਹ ਨਹੀਂ ਕਿ ਮਾਸਟਰ ਨੂੰ ਆਉਂਦੀ ਨਹੀਂ। ਉਹ ਆਪਣੇ ਸਿੱਖਾਂ ਨੂੰ, ਆਪਣੇ ਵਿਦਿਆਰਥੀਆਂ ਨੂੰ ਸਮਝਾਉਣ ਦੇ ਲਈ ਇੱਦਾਂ ਕਰਦਾ ਹੈ। ਉਸੇ ਤਰ੍ਹਾਂ ਹੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਆਮ ਮਨੁੱਖ ਨਹੀਂ ਸਨ, ਉਹ ਆਪ ਪਰਮੇਸ਼ਰ ਵਾਹਿਗੁਰੂ ਦਾ ਸਵਰੂਪ ਸਨ। ਸਾਨੂੰ ਨਿਮਾਣਿਆਂ ਨੂੰ, ਨਿਤਾਣਿਆਂ ਨੂੰ ਸਿੱਖਿਆ ਦੇਣ ਦੇ ਲਈ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਸ ਸੰਸਾਰ ਦੇ ਉੱਪਰ ਬੜਾ ਵੱਡਾ ਉਪਕਾਰ ਕੀਤਾ ਹੈ। ਤੇ ਐਸੇ ਪਰ ਉਪਕਾਰ ਨੂੰ ਅਸੀਂ ਨਾ ਭੁਲਾਉਂਦਿਆਂ ਹੋਇਆਂ ਪਹਿਲਾਂ ਆਪ ਗੁਰਸਿੱਖੀ ਦੇ ਨਾਲ ਜੁੜੀਏ। ਜਿਹੜੀਆਂ ਮਾਤਾਵਾਂ ਭੈਣਾਂ ਹਨ, ਵੀਰ ਬਜ਼ੁਰਗ ਹਨ, ਉਹ ਅਸੀਂ ਪਹਿਲਾਂ ਆਪ ਕੇਸਾਧਾਰੀ ਹੋਈਏ। ਕਿਉਂਕਿ ਜਦੋਂ ਮਾਂ ਸਾਬਤ ਸੂਰਤ ਹੋਵੇਗੀ, ਕਿਸੇ ਵੀ ਅੰਗ ਪ੍ਰਤੰਗ ਦੇ ਜਿਹੜੇ ਕੇਸ ਕਤਲ ਨਾ ਕਰਵਾਵੇਗੀ, ਤੇ ਮਾਤਾ ਦੇ ਵੱਲ ਵੇਖ ਕਰਕੇ ਜਿਹੜੇ ਬੱਚੇ ਨੇ ਉਹ ਸਿੱਖਿਆ ਲੈਣਗੇ। ਕਿਉਂਕਿ ਆਮ ਕਰਕੇ ਅਸੀਂ ਆਖ ਦਿੰਦੇ ਹਾਂ ਕਿ ਸਵੇਰ ਵੇਲੇ ਸਮਾਂ ਨਹੀਂ ਹੁੰਦਾ, ਬੱਚਿਆਂ ਨੇ ਸਵੇਰੇ ਸਕੂਲ ਜਾਣਾ ਹੁੰਦਾ, ਇਸ ਲਈ ਇਹਨਾਂ ਦੇ ਅਸੀਂ ਕੇਸ ਜਿਹੜੇ ਕਤਲ ਕਰਵਾ ਦਿੱਤੇ। ਪਰ ਆਪਾਂ ਮਨ ਦੇ ਵਿੱਚ ਸੋਚ ਕੇ ਵੇਖੀਏ ਕਿ ਜਦੋਂ ਵੱਡਾ ਹੋਇਆ ਨਸ਼ਿਆਂ ਦੇ ਵਿੱਚ ਪਵੇਗਾ, ਵਿਸ਼ਿਆਂ ਦੇ ਵਿੱਚ ਪਵੇਗਾ, ਫਿਰ ਵੀ ਆਪਾਂ ਸੰਭਾਲਣਾ ਹੀ ਹੈ। ਕਿਉਂ ਨਾ ਹੋਵੇ ਕਿ ਆਪਾਂ ਸਮਾਂ ਰਹਿੰਦਿਆਂ ਹੋਇਆਂ
ਕਿਉਂਕਿ ਸਿਆਣਾ ਮਨੁੱਖ ਉਹ ਹੁੰਦਾ ਹੈ ਕਿ ਜਿਹੜਾ ਸਮੇਂ ਦੀ ਪਹਿਚਾਣ ਕਰਕੇ ਉਸ ਨੂੰ ਪਹਿਲਾਂ ਕਾਬੂ ਕਰੇ। ਇਸ ਲਈ ਅਸੀਂ ਆਪ ਪਹਿਲਾਂ ਕੇਸਾਧਾਰੀ ਹੋਈਏ। ਗੁਰਸਿੱਖੀ ਦੇ ਅੰਦਰ ਪ੍ਰਵੇਸ਼ ਕਰਨ ਦਾ ਇਹ ਪਹਿਲਾ ਮੁੱਖ ਸਾਧਨ ਹੈ। ਅਤੇ ਉਸ ਤੋਂ ਬਾਅਦ ਜਿਹੜੇ ਆਪਣੇ ਬੱਚੇ ਨੇ, ਵੀਰ ਨੇ, ਭੈਣਾਂ ਨੇ, ਉਹਨਾਂ ਨੂੰ ਗੁਰਸਿੱਖੀ ਦੇ ਵੱਲ ਜਿਹੜਾ ਪ੍ਰੇਰਿਤ ਕਰੀਏ, ਜਿਸ ਦੇ ਨਾਲ ਸਾਡਾ ਲੋਕ ਸੁਖੀਆ ਔਰ ਪਰਲੋਕ ਸੁਹੇਲਾ ਹੋ ਸਕੇ। ਕਥਾ ਵਿਚਾਰਾਂ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਆਪ ਸੰਗਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬਖਸ਼ਣ ਯੋਗ ਹਨ, ਬਖਸ਼ ਲੈਣਾ ਜੀ। ਸਤਿਕਾਰਯੋਗ ਬਾਬਾ ਲਾਲ ਸਿੰਘ ਜੀ ਤਥਾ ਸਮੂਹ ਗੁਰਸਿੱਖ ਵਿਦਿਆਰਥੀ ਗੁਰਸਿੱਖਾਂ ਦੇ ਵੱਲੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਾਵਨ ਗੁਰਪੁਰਬ ਦੇ ਉੱਪਰ ਆਪ ਗੁਰਸਿੱਖ ਸੰਗਤਾਂ ਨੂੰ ਬੇਅੰਤ ਵਧਾਈਆਂ ਹੋਵਣ ਜੀ। ਸਤਿਗੁਰੂ ਜੀ ਸਾਡੇ ਉੱਪਰ ਕਿਰਪਾ ਕਰਨ, ਅਸੀਂ ਬਾਣੀ ਔਰ ਬਾਣੇ ਦੇ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ। ਸੋ ਹੁਣ ਗੁਰੂ ਘਰ ਦੇ ਰਾਗੀ ਸਿੰਘ ਸ਼ਬਦ ਗਾਇਨ ਕਰਨਗੇ। ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਪ੍ਰਭ ਕੀ ਅਕਥ ਕਹਾਣੀ, ਜਨ ਬੋਲਹਿ ਅੰਮ੍ਰਿਤ ਬਾਣੀ। ਨਾਨਕ ਦਾਸ ਵਖਾਣੀ, ਗੁਰ ਪੂਰੇ ਤੇ ਜਾਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।